किताब हम हिंदू नहीं। लेखक भाई कान सिंह नाभा। भाग तीजा। हिंदू ਅਤੇ ਸਿੱਖ ਦੇ ਪ੍ਰਸ਼ਨ ਉੱਤਰ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ ਜਥਾ। ਵਿਦ ਵਾਕ। ਨੰਬਰ 1। ਅੱਜ ਤੁਹਾਡਾ ਜਨਮ ਸਤਿਗੁਰ ਦੇ ਘਰ ਹੋਇਆ ਹੈ। ਪਿਛਲੀ ਜਾਤ ਪਾਤ ਵਰਨ ਗੋਤ ਔਰ ਮਜ਼ਹਬ ਆਦਿਕ ਸਭ ਮਿਟ ਗਏ ਹਨ। ਇਸ ਵਾਸਤੇ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਔਰ ਮਾਤਾ ਸਾਹਿਬ ਕੌਰ ਮੰਨ ਕੇ ਜਨਮ ਪਟਨੇ ਦਾ ਔਰ ਵਾਸੀ ਆਨੰਦਪੁਰ ਦੀ ਜਾਣਨੀ। ਫੁੱਟਨੋਟ। ਇਸ ਉਪਦੇਸ਼ ਦਾ ਭਾਵ ਇਹ ਹੈ ਕਿ ਅੱਜ ਤੋਂ ਤੁਸੀਂ ਗੁਰੂ ਬੰਸੀ ਬਣੇ ਹੋ। ਇਸ ਤੋਂ ਇਹ ਨਹੀਂ ਸਮਝਣਾ ਚਾਹੀਦਾ ਕਿ ਵਿਵਹਾਰਕ ਲਿਖਤ ਪੜ੍ਹਤ ਵਿੱਚ ਆਪਣੇ ਜਨਮ ਔਰ ਰਿਹਾਇਸ਼ ਦੇ ਪਿੰਡ ਦਾ ਨਾਮ ਛੱਡ ਕੇ ਪਟਨੇ ਔਰ ਆਨੰਦਪੁਰ ਦਾ ਨਾਮ ਵਰਤਣਾ ਚਾਹੀਏ। ਇਸ ਵਿੱਚ ਸੰਸਾ ਨਹੀਂ ਕਿ ਖਾਲਸੇ ਦਾ ਜਨਮ ਕੇਸਗੜ੍ਹ ਹੋਇਆ ਹੈ, ਪਰ ਅੰਮ੍ਰਿਤ ਛਕਾਉਣ ਸਮੇਂ ਜੋ ਜਨਮ ਪਟਨੇ ਦਾ ਦੱਸਿਆ ਜਾਂਦਾ ਹੈ ਉਸ ਤੋਂ ਸਿੱਖਾਂ ਦਾ ਕਲਗੀਧਰ ਨਾਲ ਅਭੇਦ ਹੋਣਾ ਪ੍ਰਗਟ ਹੁੰਦਾ ਹੈ, ਕਿਉਂਕਿ ਦਸ਼ਮੇਸ਼ ਜੀ ਦਾ ਜਨਮ ਪਟਨੇ ਦਾ ਸੀ। ਨੰਬਰ 2। ਅੰਮ੍ਰਿਤ ਵੇਲੇ ਨਿਤ ਇਸ਼ਨਾਨ ਕਰਨਾ ਔਰ ਕਿਰਿਆ ਅਤੀ ਸ਼ਵਛ ਰੱਖਣੀ। ਨੰਬਰ 3। ਜਪ ਜਾਪ ਸਵਈਏ ਚੌਪਈ ਆਨੰਦ ਰਹਿਰਾਸ ਔਰ ਸੋਲੇ ਦਾ ਨੇਮ ਔਰ ਪ੍ਰੇਮ ਸਾਥ ਪਾਠ ਕਰਨਾ। ਨੰਬਰ 4। ਕੇਸ ਕਿਰਪਾਨ ਤਲਵਾਰ ਕੱਛ ਕੰਘਾ ਔਰ ਕੜਾ ਇਹਨਾਂ 5 ਕੱਕਿਆਂ ਦੀ ਰਹਿਤ ਰੱਖਣੀ। ਨੰਬਰ 5। ਸਤਿਗੁਰੂ ਦੇ ਸਪੁੱਤਰ ਹੋਣ ਕਰਕੇ ਆਪ ਸਭ ਸਕੇ ਭਾਈ ਹੋ, ਇਸ ਲਈ ਖਾਣ ਪਾਨ ਬਰਤਨ ਵਿਵਹਾਰ ਆਦਿਕ ਦਾ ਵਰਤਾਓ ਆਪਸ ਵਿੱਚ ਭਾਈਆਂ ਜਿਹਾ ਕਰਨਾ। ਨੰਬਰ 6। 10 ਸਤਿਗੁਰਾਂ ਨੂੰ ਇੱਕ ਰੂਪ ਜਾਣਨਾ ਔਰ ਉਹਨਾਂ ਦਾ ਉਪਦੇਸ਼ ਰੂਪ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਔਰ ਖਾਲਸੇ ਨੂੰ ਗੁਰੂ ਦਾ ਸਰੂਪ ਜਾਣ ਕੇ ਮਨੋ ਤਨੋ ਸੇਵਾ ਕਰਨੀ ਔਰ ਆਗਿਆ ਪਾਲਣੀ। ਨੰਬਰ 7। ਧਰਮ ਕਿਰਤ ਕਰਕੇ ਨਿਰਵਾਹ ਕਰਨਾ। ਨੰਬਰ 8। ਆਪਣੀ ਕਮਾਈ ਵਿੱਚੋਂ ਦਸੌਂਦ 10ਵਾਂ ਹਿੱਸਾ ਗੁਰੂ ਅਰਥ ਕੱਢ ਕੇ ਪੰਥ ਦੀ ਉન્નਤੀ ਵਾਸਤੇ ਪੰਥ ਦੀ ਸੇਵਾ ਵਿੱਚ ਅਰਪਣ ਕਰਨਾ। ਨੰਬਰ 9। ਪੰਥ ਦੇ ਕੰਮ ਨੂੰ ਆਪਣਾ ਕੰਮ ਜਾਣ ਕੇ ਤਨ ਮਨ ਔਰ ਧਨ ਕਰਕੇ ਸਿਰੇ ਚੜਾਉਣ ਦਾ ਯਤਨ ਕਰਨਾ। ਨੰਬਰ 10। ਪਰ ਉਪਕਾਰ ਨੂੰ ਮਨੁੱਖ ਦੇ ਔਰ ਸਿੱਖ ਧਰਮ ਦਾ ਪਰਮ ਕਰਤੱਵ ਸਮਝਣਾ। ਨੰਬਰ 11। ਵਿਦਿਆ ਦਾ ਅਭਿਆਸ ਕਰਨਾ, ਖਾਸ ਕਰਕੇ ਗੁਰਮੁਖੀ ਔਰ ਖਾਲਸਾ ਧਰਮ ਪੁਸਤਕਾਂ ਦੇ ਪੂਰੇ ਗਿਆਤਾ ਹੋਣਾ ਔਰ ਸ਼ਾਸਤਰ ਵਿਦਿਆ ਵ ਘੋੜੇ ਦੀ ਸਵਾਰੀ ਦੇ ਪੂਰੇ ਅਭਿਆਸੀ ਬਣਨਾ। ਨੰਬਰ 13। ਦਸਤਾਰਾ ਕੌਮੀ ਚਿੰਨ੍ਹ ਤੇ ਕੇਸਾਂ ਦਾ ਰੱਖਿਅਕ ਸਮਝ ਕੇ ਸੀਸ ਪਰ ਸਜਾਉਣਾ। ਨੰਬਰ 14। ਗੁਰਮੁਖਾਂ ਦਾ ਸਤਸੰਗ ਕਰਨਾ। ਨੰਬਰ 15। ਮਰਨੇ ਪਰਨੇ ਆਦਿਕ ਸਾਰੇ ਸੰਸਕਾਰ ਗੁਰਮਤਿ ਅਨੁਸਾਰ ਕਰਨੇ। ਨੰਬਰ 16। ਗੁਰਮਤਿ ਦੇ ਪ੍ਰਚਾਰ ਦਾ ਪੂਰਾ ਯਤਨ ਕਰਨਾ। ਨੰਬਰ 17। ਗੁਰਪੁਰਬਾਂ ਵਿੱਚ ਜੋੜ ਮੇਲ ਉਤਸਵ ਔਰ ਕਥਾ ਕੀਰਤਨ ਕਰਨਾ। ਨੰਬਰ 18। ਆਪਣੇ ਮਾਲਕ ਦੇ ਪੱਕੇ ਨਮਕ ਹਲਾਲ ਰਹਿਣਾ। ਨੰਬਰ 9। ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਦੇ ਗੂੜ ਮੰਤਵ ਦੇ ਲਾਭ ਸਮਝ ਕੇ ਇੱਕ ਸੂਤ ਵਿੱਚ ਪਰੋਤੇ ਰਹਿਣਾ। ਨੰਬਰ 20। ਲੜਕੀਆਂ ਨੂੰ ਅਣਵਿੱਧ ਰੱਖਣਾ ਔਰ ਉਹਨੂੰ ਪੁੱਤਾਂ ਜਿਹਾ ਜਾਣ ਕੇ ਵਿਵਹਾਰ ਔਰ ਧਾਰਮਿਕ ਵਿਦਿਆ ਦੇ ਕੇ ਲਾਇਕ ਬਣਾਉਣਾ। ਨੰਬਰ 21। ਜੇ ਕੋਈ ਕੰਮ ਧਰਮ ਵਿਰੁੱਧ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਤਨਖਾਹ ਬਖਸ਼ਵਾ ਲੈਣੀ। ਨਿਸ਼ੇਧ ਵਾਕ ਹੈ। ਨੰਬਰ 22। ਇੱਕ ਅਕਾਲ ਤੋਂ ਛੁੱਟ ਹੋਰ ਕਿਸੇ ਦੇਵੀ ਦੇਵਤੇ ਅਵਤਾਰ ਔਰ ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਨੰਬਰ 23। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਧਰਮ ਪੁਸਤਕ ਪਰ ਨਿਸ਼ਚਾ ਨਹੀਂ ਰੱਖਣਾ। ਨੰਬਰ 24। ਜੰਤਰ ਮੰਤਰ ਸ਼ਕਨ ਮਹੂਰਤ ਗ੍ਰਹਿ ਰਾਸ਼ੀ ਸ਼ਰਾਧ ਹੋਮ ਔਰ ਤਰਪਣ ਆਦਿਕ ਭਰਮ ਰੂਪ ਕਰਮਾਂ ਪਰ ਸ਼ਰਧਾ ਨਹੀਂ ਕਰਨੀ। ਨੰਬਰ 25। ਸਿੱਖ ਬਿਨਾਂ ਹੋਰ ਨਾਲ ਸਾਕ ਸੰਬੰਧ ਨਹੀਂ ਕਰਨਾ। ਨੋਟ। ਸਿੱਖ ਧਰਮ ਵਿੱਚ ਲਿਆ ਕੇ ਸੰਬੰਧ ਕਰਨਾ। ਨੰਬਰ 26। ਮੀਣੇ ਮਸੰਦ ਧੀਰ ਮੱਲੀਏ ਰਾਮ ਰਾਈਏ ਨੜੀ ਮਾਰ ਕੁੜੀ ਮਾਰ
ਔਰ ਸਿਰ ਗੁੰਮਾਂ ਨਾਲ ਵਰਤੋਂ ਵਿਹਾਰ ਨਹੀਂ ਕਰਨਾ। ਸਿਰ ਗੁੰਮ ਤੋਂ ਭਾਵ ਪੁਰਾਣੇ ਸਮੇਂ ਵਿੱਚ ਸਿਰ ਮੁੰਨਣਾ ਸਿਰ ਵੱਢਣ ਦੇ ਤੁਲ ਮੰਨਿਆ ਜਾਂਦਾ ਸੀ, ਜਿਸ ਦੀ ਤਾਈਦ ਮਹਾਭਾਰਤ ਔਰ ਮਨੂ ਸਿਮਰਤੀਆਂ ਆਦਿਕ ਪੁਸਤਕਾਂ ਤੋਂ ਹੁੰਦੀ ਹੈ। ਗੁਰਮਤਿ ਵਿੱਚ ਵੀ ਸਿਰ ਗੁੰਮ ਦਾ ਅਰਥ ਸਿਰ ਖੋਹ ਦੇਣ ਵਾਲਾ ਕੀਤਾ ਗਿਆ, ਅਰਥਾਤ ਸਿਰ ਮਨਾਉਣ ਵਾਲਾ ਆਪਣਾ ਸਿਰ ਗੁੰਮ ਕਰ ਬੈਠਦਾ ਹੈ। ਜੋ ਮਨਮਤ ਤਿਆਗ ਕੇ ਗੁਰਮਤਿ ਧਾਰਨ ਕਰੇ, ਉਸ ਨਾਲ ਭਾਈਆਂ ਜਿਹਾ ਵਰਤਾਓ ਕਰਨਾ। ਗੁਰਿਆਈ ਥਾਪ ਕੇ 10 ਸਤਿਗੁਰਾਂ ਦੇ ਆਸ਼ੇ ਤੋਂ ਵਿਰੁੱਧ ਚੱਲੇ, ਉਸ ਨਾਲ ਕਦੇ ਨਹੀਂ ਵਰਤਣਾ। ਨੰਬਰ 27 ਚੋਰੀ, ਜਾਰੀ, ਝੂਠ, ਅਨਿਆਏ, ਨਿੰਦਾ, ਛਲ ਕਪਟ, ਵਿਸ਼ਵਾਸਘਾਤ, ਜੂਆ ਆਦਿਕ ਅਵਗੁਣਾਂ ਦਾ ਸਦਾ ਤਿਆਗ ਕਰਨਾ। ਨੰਬਰ 28 ਮਦਰਾ ਆਦਿਕ ਸਾਰੇ ਅਮਲ, ਨਸ਼ੇ, ਬੁੱਧੀ ਔਰ ਬਲ ਨਾਸ਼ਕ ਜਾਣ ਕੇ ਤਿਆਗ ਦੇਣੇ। ਨੰਬਰ 29 ਸਿੱਖ ਦਾ ਅੱਧਾ ਨਾਉ ਨਿਰਾਦਕ ਬੋਧਕ ਹੈ, ਨਹੀਂ ਲੈਣਾ। ਨੰਬਰ 30 ਬਚਨ ਕਰਕੇ ਕਦੇ ਨਹੀਂ ਹਾਰਨਾ। ਨੰਬਰ 31 ਚੰਚਲ ਇਸਤਰੀਆਂ ਦੇ ਪਹਿਰਨ ਯੋਗ ਕੁਸੰਬੇ ਆਦਿਕ ਰੰਗ ਔਰ ਗਹਿਣੇ ਨਹੀਂ ਪਹਿਰਨੇ। ਸ਼ਾਸਤਰਾਂ ਨੂੰ ਆਪਣਾ ਭੂਸ਼ਣ ਸਮਝ ਕੇ ਸदैव ਧਾਰਨ ਕਰਨਾ। ਨੰਬਰ 32 ਕੁੱਠਾ, ਤਮਾਕੂ, ਮੁੰਡਨ ਅਤੇ ਪਰ ਇਸਤਰੀ ਨੂੰ ਧਰਮ ਨਾਸ਼ਕ ਜਾਣ ਕੇ ਸਦਾ ਤਿਆਗ ਕਰਨਾ। ਨੰਬਰ 33 ਕਿਸੇ ਦੇਵੀ ਦੇਵਤਾ ਔਰ ਮੜੀ ਮੱਠ ਪਰ ਚੜਿਆ ਹੋਇਆ ਪ੍ਰਸ਼ਾਦ ਅੰਗੀਕਾਰ ਨਹੀਂ ਕਰਨਾ। ਨੰਬਰ 34 ਕਿਸੇ ਪ੍ਰਕਾਰ ਦੀ ਸੁਖਣਾ ਨਹੀਂ ਸੁਖਣੀ। ਨੰਬਰ 35 ਬੇਗਾਨਾ ਹੱਕ, ਰਿਸ਼ਵਤ ਆਦਿ ਕਦੇ ਨਹੀਂ ਲੈਣਾ। 36 ਗੁਰਦੁਆਰਿਆਂ ਤੋਂ ਬਿਨਾਂ ਹੋਰ ਕੋਈ ਆਪਣਾ ਤੀਰਥ ਔਰ ਧਾਮ ਨਹੀਂ ਸਮਝਣਾ। ਨੰਬਰ 37 ਗੁਰੂ ਨਾਨਕ ਪੰਥੀ ਜਿਤਨੇ ਭੇਖ ਮਾਤਰ ਔਰ ਗੁਰੂ ਘਰ ਦੇ ਸਿਦਕੀ ਸਿੱਖ ਹਨ, ਉਹਨਾਂ ਨਾਲ ਕਦੇ ਵੈਰ, ਵਿਰੋਧ, ਈਰਖਾ ਨਹੀਂ ਕਰਨੀ ਔਰ ਕਿਸੇ ਨੂੰ ਹਾਨੀ ਪਹੁੰਚਾਉਣ ਦਾ ਸੰਕਲਪ ਮਨ ਵਿੱਚ ਨਹੀਂ ਲਿਆਉਣਾ। ਫੁੱਟਨੋਟ ਜੇ ਕੋਈ ਨਿਯਮਾਂ ਤੋਂ ਵਿਰੁੱਧ ਚੱਲਦਾ ਹੋਵੇ, ਉਸ ਨੂੰ ਰਸਤੇ ਪਰ ਲਿਆਉਣ ਦਾ ਯਤਨ ਕਰਨਾ, ਪਰ ਵਿਰੋਧ ਕਰਕੇ ਨੁਕਸਾਨ ਨਹੀਂ ਪਹੁੰਚਾਉਣਾ, ਕਿਉਂਕਿ ਆਪਣੇ ਅੰਗ ਛੇਦਨ ਕਰਕੇ ਕੋਈ ਪੁਰਸ਼ ਉੱਨਤੀ ਨੂੰ ਨਹੀਂ ਪ੍ਰਾਪਤ ਹੁੰਦਾ। ਤੇਰੇ ਭਾਣੇ ਸਰਬੱਤ ਦਾ ਭਲਾ ਵਾਕ ਅਨੁਸਾਰ ਸਭ ਦਾ ਹਿੱਤ ਚਾਹਣਾ। ਨੰਬਰ 38 ਕਲਪ ਨਹੀਂ ਲਾਉਣੀ, ਚਿੱਟੇ ਕੇਸ ਨਹੀਂ ਚੁਗਣੇ। ਨੰਬਰ 39 ਕੰਨਿਆ ਦਾ ਧਨ ਅੰਗੀਕਾਰ ਨਹੀਂ ਕਰਨਾ। ਨੰਬਰ 40 ਜਾਚਨਾ ਕਦੇ ਨਹੀਂ ਕਰਨੀ। ਨੰਬਰ 41 ਰਣ ਵਿੱਚ ਪਿੱਠ ਨਹੀਂ ਦੇਣੀ। ਭਾਈ ਨੰਦ ਲਾਲ ਸਾਹਿਬ ਤੋਸੀ ਫੋਸਨਾ ਵਿੱਚ ਗੁਰੂ ਸਾਹਿਬ ਨੂੰ ਸਰਬੋਤਮ ਕਥਨ ਕਰਦੇ ਹੋਏ ਗੁਰਮਤਿ ਨੂੰ ਹਿੰਦੂ, ਮੁਸਲਮਾਨ, ਈਸਾਈ ਆਦਿਕ ਧਰਮਾਂ ਤੋਂ ਭਿੰਨ ਔਰ ਸ਼੍ਰੇਸ਼ਟ ਲਿਖਦੇ ਹਨ। ਜਥਾ ਨੰਬਰ 17 ਬੁਲੰਦ ਤਰ ਅੱਜ ਹਨੂਦਾਤ ਵੱਲ ਤੁਰਕਾਤ ਵੱਲ ਕੁਫਰਾਤ ਵੱਲ ਇਸਲਾਮਾਤ ਵੱਲ ਤੌਰੇਤਾਤ ਵੱਲ ਇੰਜਲਾਤ ਵੱਲ ਜੰਬੂਰਾਤ ਵੱਲ ਫੁਕਰਾਨਾਤ ਵੱਲ ਪੀਰਾਤ ਵੱਲ ਪੈਗੰਬਰਾਤ। ਇਸ ਦਾ ਤਾਤਪਰਜ ਇਹ ਹੈ ਕਿ ਹਿੰਦੂ, ਤੁਰਕ, ਨਾਸਤਿਕ, ਇਸਲਾਮ, ਯਹੂਦੀ, ਈਸਾਈ, ਦਊਦੀ, ਮੁਸਲਮਾਨ, ਪੀਰ ਔਰ ਪੈਗੰਬਰ ਆਦਿਕਾਂ ਤੋਂ ਗੁਰੂ ਸਾਹਿਬ ਅਤ ਅੰਤ ਉੱਚੇ ਹਨ, ਅਰਥਾਤ ਸਿੱਖ ਧਰਮ ਸਭ ਧਰਮਾਂ ਤੋਂ ਸ਼੍ਰੋਮਣੀ ਹੈ। ਪਿਆਰੇ ਹਿੰਦੂ ਭਾਈ, ਇਹਨਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਤਿਗੁਰਾਂ ਦੇ ਸਿੱਖ ਹਮ ਹਿੰਦੂ ਨਹੀਂ, ਮਨ ਉਕਤ ਨਹੀਂ ਆਖਦੇ, ਕਿੰਤੂ ਗੁਰਮਤਿ ਔਰ ਗੁਰੂ ਆਗਿਆ ਅਨੁਸਾਰ ਕਹਿੰਦੇ ਔਰ ਮੰਨਦੇ ਹਨ। ਭਾਗ ਊੜਾ ਜੇ ਆਪ ਸਿੱਖਾਂ ਨੂੰ ਹਿੰਦੂਆਂ ਵਿੱਚੋਂ ਨਿਕਲਣੇ ਕਾਰਨ ਹਿੰਦੂ ਮੰਨਦੇ ਹੋ, ਤਾਂ ਈਸਾਈਆਂ ਨੂੰ ਜੋ ਯਹੂਦੀਆਂ ਵਿੱਚੋਂ ਨਿਕਲੇ ਹਨ, ਮੁਸਲਮਾਨਾਂ ਨੂੰ ਜੋ ਕੁਰੈਸ਼ੀ, ਈਸਾਈ ਔਰ ਯਹੂਦੀ ਆਦਿਕਾਂ ਵਿੱਚੋਂ ਨਿਕਲੇ ਹਨ, ਯਹੂਦੀ ਆਦਿਕ ਕਿਉਂ ਨਹੀਂ ਜਾਣਦੇ ਔਰ ਉਹ ਵੀ ਆਪਣੇ ਆਪ ਨੂੰ ਕਿਉਂ ਨਹੀਂ ਮੰਨਦੇ? ਔਰ ਖਾਸ ਕਰਕੇ ਜੋ ਹਿੰਦੁਸਤਾਨੀ ਹਿੰਦੂਆਂ ਵਿੱਚੋਂ ਨਿਕਲ ਕੇ ਈਸਾਈ ਔਰ ਮੁਸਲਮਾਨ ਬਣੇ ਹਨ, ਆਪ ਉਹਨਾਂ ਨੂੰ ਹਿੰਦੂ ਕਿਉਂ ਨਹੀਂ ਆਖਦੇ? ਭਾਗ ਐੜਾ ਖਾਨ ਪਾਨ ਦੇ ਲਿਹਾਜ਼ ਕਰਕੇ ਜੇ ਸਿੱਖਾਂ ਨੂੰ ਹਿੰਦੂ ਮੰਨਦੇ ਹੋ, ਤਾਂ ਯਹੂਦੀ, ਈਸਾਈ, ਮੁਸਲਮਾਨ, ਬੋਧ ਔਰ ਪਾਰਸੀ ਆਦਿਕਾਂ ਦਾ ਵੀ ਖਾਨ ਪਾਨ ਇਕੱਠਾ ਹੁੰਦਾ ਹੈ। ਕਿਆ ਇਤਨੇ ਮਾਤਰ ਕਰਕੇ ਇਹ ਸਭ ਮਜ਼ਹਬੀ ਰੀਤਾਂ ਅਨੁਸਾਰ ਇੱਕ ਕਹੇ ਜਾ ਸਕਦੇ ਹਨ? ਔਰ ਇਸ ਵਿਸ਼ੇ ਪਰ ਜੋ ਸਾਡੇ ਧਰਮ ਪੁਸਤਕਾਂ ਦੀ ਰਾਏ ਹੈ, ਉਹ ਵੀ ਆਪ ਨੂੰ ਸੁਣਾਉਣੀ ਮੁਨਾਸਬ ਸਮਝਦਾ ਹਾਂ।
ਜਿਸ ਤੋਂ ਆਪ ਸਮਝ ਲਓਗੇ ਕਿ ਸਿੱਖਾਂ ਅਤੇ ਹਿੰਦੂਆਂ ਦਾ ਖਾਣ ਪਾਣ ਵਿੱਚ ਕਿਤਨਾ ਭੇਦ ਹੈ। ਨੰਬਰ 1, ਮੋਨੇ ਕਰ ਆਹਾਰ ਨ ਖਾਣਾ, ਗੁਰਪ੍ਰਤਾਪ। ਨੰਬਰ 2, ਰਸੋਈਆ ਸਿੱਖ ਰੱਖੇ, ਰੈਤਨਾਮਾ ਭਾਈ ਚੌਪਾ ਸਿੰਘ। ਨੰਬਰ 3, ਜਾਤ ਪਾਤ ਕੋ ਭੇਦ ਨਾ ਕੋਈ, ਚਾਰ ਵਰਨ ਅਚਵੇਂ ਇੱਕ ਹੋਈ, ਗੁਰਪ੍ਰਤਾਪ ਸੂਰਜ। ਭਾਗ ਈੜੀ। ਜੇ ਹਿੰਦੂਆਂ ਨਾਲ ਸਾਕ ਨਾਤੇ ਹੋਣ ਕਰਕੇ ਸਿੱਖਾਂ ਨੂੰ ਹਿੰਦੂ ਆਖਦੇ ਹੋ ਤਾਂ ਯਹੂਦੀ, ਈਸਾਈ, ਬੋਧ, ਜਾਪਾਨੀ ਔਰ ਚੀਨੀ ਆਦਿਕਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ ਹਨ। ਕਿਆ ਇਹ ਸੰਬੰਧ ਮਾਤਰ ਕਰਕੇ ਆਪਣੇ ਧਰਮ ਤੋਂ ਪਤਿਤ ਮੰਨੇ ਜਾਂਦੇ ਹਨ? ਔਰ ਆਪ ਨੂੰ ਤਵਾਰੀਖਾਂ ਤੋਂ ਪਤਾ ਲੱਗਿਆ ਹੋਣਾ ਹੈ ਕਿ ਕਿਸੇ ਵੇਲੇ ਮੁਗਲਿਆ ਖਾਨਦਾਨ ਦੇ ਨਾਲ ਹਿੰਦੂਆਂ ਦੇ ਸਾਕ ਨਾਤੇ ਵੀ ਹੁੰਦੇ ਸੀ। ਔਰ ਇਹ ਬਾਤ ਵੀ ਪ੍ਰਸਿੱਧ ਹੈ ਕਿ ਨੌਸ਼ੇਰਵਾਂ ਨੇ ਕ੍ਰਿਸਚਨ ਬਾਦਸ਼ਾਹ ਦੀ ਬੇਟੀ ਮਾਰਿਸ ਨਾਲ ਵਿਆਹ ਕੀਤਾ ਸੀ ਔਰ ਉਸ ਤੋਂ ਪੈਦਾ ਹੋਈ ਬੇਟੀ ਹਿੰਦੂ ਚੂੜਾਮਣੀ ਰਾਣਾ ਉਦੈਪੁਰ ਨੂੰ ਵਿਆਹੀ ਗਈ ਸੀ। ਔਰ ਬਾਈਬਲ ਦੇ ਬਾਦਸ਼ਾਹ ਸਿਲਯੂਕਸ ਦੀ ਪੁੱਤਰੀ ਦਾ ਰਾਜਾ ਚੰਦਰ ਗੁਪਤ ਨਾਲ ਵਿਆਹ ਹੋਇਆ ਸੀ। ਔਰ ਹੜਿੰਬਾ, ਅਲੂਪੀ ਆਦਿਕ ਇਸਤਰੀਆਂ ਜਿਨ੍ਹਾਂ ਦਾ ਸੰਬੰਧ ਭਾਰਤ ਦੇ ਸ਼੍ਰੋਮਣੀ ਪੁਰਸ਼ਾਂ ਨਾਲ ਹੋਇਆ ਸੀ, ਹਿੰਦਨੀਆਂ ਨਹੀਂ ਸਨ। ਔਰ ਹਿੰਦੂ ਆਦਿਕਾਂ ਨਾਲ ਸੰਬੰਧ ਕਰਨ ਬਾਬਤ ਜੋ ਸਿੱਖ ਧਰਮ ਦੀ ਸਿੱਖਾਂ ਲਈ ਆਗਿਆ ਹੈ, ਉਹ ਵੀ ਇੱਥੇ ਆਪ ਨੂੰ ਸੁਣਾ ਦਿੰਦੇ ਹਾਂ। ਨੰਬਰ 1, ਨਾਤਾ ਗੁਰੂ ਕੇ ਸਿੱਖ ਨਾਲ ਕਰੇ, ਰੈਤਨਾਮਾ ਭਾਈ ਚੌਪਾ ਸਿੰਘ। ਨੰਬਰ 2, ਕੰਨਿਆ ਕੋ ਮਾਰੇ, ਮੋਨੇ ਕੋ ਕੰਨਿਆ ਦੇਵੇ, ਸੋ ਤਨਖਾਈਆ ਹੈ। ਸਿੱਖ ਕੋ ਸਿੱਖ ਪ੍ਰਤੀ ਦਈ, ਸੁਦਾ ਸੁਦਾ ਮਿਲ ਜਾਏ, ਦਈ ਭਾਦਣੀ ਕੋ ਸੁਤਾ, ਮੂੰਹ ਮੁਖ ਅਮੀ ਚੁਵਾਏ, ਰਹਿਤਨਾਮਾ ਭਾਈ ਦੇਸਾ ਸਿੰਘ। ਫੁੱਟਨੋਟ: ਅਸਿੱਖ ਨੂੰ ਪੁੱਤਰੀ ਦੇਣੀ ਐਸੀ ਹੈ ਜੈਸਾ ਸੱਪ ਨੂੰ ਦੁੱਧ ਅੰਮ੍ਰਿਤ ਪਿਉਣਾ ਹੈ। ਭਾਵ ਇਹ ਹੈ ਕਿ ਇਸ਼ਟ ਏਕ ਨਾ ਹੋਣ ਕਰਕੇ ਪਤੀ ਔਰ ਇਸਤਰੀ ਦਾ ਪਰਸਪਰ ਪੂਰਨ ਪ੍ਰੇਮ ਨਹੀਂ ਹੁੰਦਾ, ਜੋ ਗ੍ਰਸਥ ਦੇ ਨਿਰਬਾਹ ਵਿੱਚ ਮਹਾ ਵਿਘਨਕਾਰੀ ਹੈ। ਔਰ ਅਸਿੱਖ ਸਿੱਖ ਕੰਨਿਆ ਨੂੰ ਵੀ ਧਰਮ ਤੋਂ ਪਤਿਤ ਕਰ ਦਿੰਦਾ ਹੈ। ਇਸ ਵਿਸ਼ੇ ਬਾਬਤ ਬਹੁਤ ਦੁਖਦਾਈ ਪ੍ਰਸੰਗ ਸਾਨੂੰ ਐਸੇ ਮਾਲੂਮ ਹਨ ਜਿਨ੍ਹਾਂ ਦੇ ਲਿਖਣ ਤੋਂ ਕਲਮ ਕੰਬਦੀ ਹੈ। ਨੰਬਰ 3, ਕੰਨਿਆ ਦੇਵੇ ਸਿੱਖ ਕੋ, ਲੇਵੇ ਨ ਕੁਛ ਦਾਮ, ਸੋਈ ਮੇਰਾ ਸਿੱਖ ਹੈ, ਪਹੁੰਚੇ ਗੋ ਮਮ ਧਾਮ, ਗੁਰਪ੍ਰਤਾਪ ਸੂਰਜ। ਰੁੱਤ 5ਵੀਂ ਤੇ ਅਸ਼ੂ 38। ਨੰਬਰ 4, ਕੰਨਿਆ ਜਬ ਵਰ ਪ੍ਰਾਪਤ ਕਰੇ, ਛੋਟੀ ਬਾਲਗ ਔਰ ਸੰਜੋਗ ਐਸੀ ਕੁਲ ਵਿਖੇ ਕਰੇ, ਜਿੱਥੇ ਸਿੱਖੀ ਅਕਾਲ ਪੁਰਖ ਦੀ ਹੋਵੇ। ਪ੍ਰੇਮ ਸੁਮਾਰਗ। ਭਾਗ ਸੱਸਾ। ਜੇ ਹਿੰਦੂਆਂ ਵਿੱਚ ਰਹਿਣ ਕਾਰਨ ਸਿੱਖਾਂ ਨੂੰ ਹਿੰਦੂ ਸਮਝਦੇ ਹੋ ਤਾਂ ਈਸਾਈ, ਮੁਸਲਮਾਨ ਆਦਿਕਾਂ ਨੂੰ ਵੀ ਜੇ ਦੇਖਦੇ ਰਹਿਣ ਕਰਕੇ ਉਹ ਹਿੰਦੂ ਹਨ ਤਾਂ ਸਾਨੂੰ ਵੀ ਹਿੰਦੂ ਅਰਥਾਤ ਇੰਡੀਅਨ ਕਹਾਉਣ ਵਿੱਚ ਕੋਈ ਇਤਰਾਜ਼ ਨਹੀਂ। ਹਾਹਾ। ਔਰ ਆਪਨੇ ਜੋ ਆਖਿਆ ਹੈ ਕਿ ਹਿੰਦੂ ਪਦ ਦੇ ਅਰਥ ਬਹੁਤ ਉੱਤਮ ਹਨ, ਇਸ ਨੂੰ ਫਾਰਸੀ ਪਦ ਸਮਝ ਕੇ ਗਿਲਾਨੀ ਨਹੀਂ ਕਰਨੀ ਚਾਹੀਏ। ਔਰ ਆਪਣੇ ਅਰਥ ਦੀ ਤਾਈਦ ਵਿੱਚ ਰਾਮਕੋਸ਼, ਮੇਰਤੰਤ ਪ੍ਰਕਾਸ਼ ਔਰ ਕਾਲਕਾ ਪੁਰਾਣ ਸਾਨੂੰ ਦੇਖਣੇ ਦੱਸੇ ਹਨ। ਸੋ ਇਸ ਪਰ ਸਾਡਾ ਇਹ ਕਥਨ ਹੈ ਕਿ ਸਿੱਖ ਧਰਮ ਅਨੁਸਾਰ ਕੋਈ ਭਾਸ਼ਾ ਦੇਵ ਬਾਣੀ ਔਰ ਮਲੇਸ਼ ਭਾਸ਼ਾ ਨਹੀਂ, ਕੇਵਲ ਵਿਦੇਸ਼ੀ ਬੋਲੀ ਦਾ ਪਦ ਹੋਣ ਕਰਕੇ ਗਿਲਾਨੀ ਯੋਗ ਨਹੀਂ। ਔਰ ਆਪਦੇ ਨਿਸ਼ਚੇ ਅਨੁਸਾਰ ਜੇ ਹਿੰਦੂ ਪਦ ਦੇ ਅਰਥ ਉੱਤਮ ਹਨ ਤਾਂ ਆਪ ਨੂੰ ਮੁਬਾਰਕ ਹੋਣ। ਅਸੀਂ ਕਦੇ ਨਹੀਂ ਆਖਦੇ ਕਿ ਹਿੰਦੂ ਬੁਰਾ ਨਾਮ ਹੈ, ਕਿਉਂਕਿ ਕਿਸੇ ਦੇ ਮਤ ਦਾ ਚਾਹੇ ਕਿਹਾ ਹੀ ਨਾ ਹੋਵੇ, ਉਸ ਵਿੱਚ ਦੂਸਰੇ ਮਤ ਦੇ ਆਦਮੀ ਨੂੰ ਕੋਈ ਤਰਕ ਨਹੀਂ ਕਰਨੀ ਚਾਹੀਦੀ। ਜੈਸੇ ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਇੱਕ ਪਾਗਲ ਪੰਥ ਹੈ। ਜੇ ਅਸੀਂ ਉਹਨਾਂ ਨੂੰ ਸਮਝਾਉਣ ਜਾਈਏ ਕਿ ਤੁਸੀਂ ਆਪ ਨੂੰ ਪਾਗਲ ਪੰਥੀ ਨਾ ਕਹਾਓ ਤਾਂ ਸਾਡੀ ਮੂਰਖਤਾ ਹੈ। ਅਰ ਹਿੰਦੂ ਨਾਮ ਸੰਸਕ੍ਰਿਤ ਹੈ ਜਾਂ ਫਾਰਸੀ, ਇਸ ਗੱਲ ਨੂੰ ਸੰਸਾਰ ਦੇ ਸਾਰੇ ਵਿਦਵਾਨ ਜਾਣਦੇ ਹਨ। ਔਰ ਆਪ ਦੇ ਪ੍ਰਸਿੱਧ ਕਾਂਸ਼ੀ ਨਿਵਾਸੀ 45 ਪੰਡਤਾਂ ਨੇ 1920 ਵਿੱਚ ਵਿਵਸਥਾ ਦਿੱਤੀ ਹੈ ਕਿ ਹਿੰਦੂ ਜਵਨ ਸੰਕੇਤ ਪਦ ਹੈ। ਇਸ ਕਾਰਨ ਹਿੰਦੂ ਕਹਾਉਣਾ ਸਰਬਵਾ ਅਨੁਚਿਤ ਹੈ। ਔਰ ਅੱਜ ਤਾਈਂ ਭਾਰਤੋਂ ਧਾਰਕ ਆਦਿਕ ਰਸਾਲਿਆਂ ਵਿੱਚ ਇਹੀ ਲਿਖਿਆ ਜਾਂਦਾ ਰਿਹਾ ਹੈ ਕਿ ਹਿੰਦੂ ਨਾਮ ਮਲੇਸ਼ਾਂ ਦਾ ਰੱਖਿਆ ਹੋਇਆ ਹੈ। ਇਸ ਵਾਸਤੇ ਆਰੀਆ ਲੋਕਾਂ ਨੂੰ ਕਦੇ ਹਿੰਦੂ ਨਹੀਂ ਕਹਾਉਣਾ ਚਾਹੀਏ।
ਔਰ ਨਾ ਆਰੀਆਵਰਤ ਨੂੰ ਹਿੰਦੁਸਤਾਨ ਆਖਣਾ ਲੋੜੀਏ। ਹਿੰਦੂ ਪਦ ਵੇਦਾਂ, ਖੱਟ ਸ਼ਾਸਤਰਾਂ, ਸਿਮਰਤੀਆਂ, ਰਾਮਾਇਣ, ਮਹਾਭਾਰਤ ਆਦਿਕ ਪੁਸਤਕਾਂ ਵਿੱਚ ਅਸੀਂ ਕਦੇ ਨਹੀਂ ਦੇਖਿਆ। ਫੁੱਟਨੋਟ: ਇਹ ਗੱਲ ਆਪ ਕੇਵਲ ਹਿੰਦੂ ਮਤ ਵਿੱਚ ਹੀ ਦੇਖੋਗੇ ਕਿ ਧਰਮ ਮੂਲ ਪੁਸਤਕ ਵਿੱਚ ਜੋ ਧਰਮ ਦਾ ਨਾਉ ਨਹੀਂ ਹੈ, ਉਸ ਨੂੰ ਆਪਣੀ ਕੌਮ ਦਾ ਨਾਉ ਮੰਨ ਲਿਆ ਹੈ। ਅਸਚਰਜ ਦੀ ਗੱਲ ਹੈ ਕਿ ਹੁਣ ਆਪ ਦੇ ਕੋਸ਼ਾਂ ਔਰ ਪੁਰਾਣਾਂ ਵਿੱਚੋਂ ਪੰਡਤ ਜੀ ਦੀ ਕਿਰਪਾ ਕਰਕੇ ਨਿਕਲ ਆਇਆ ਹੈ। ਪਰ ਕਿਹਾ ਚੰਗਾ ਹੁੰਦਾ ਜੇ ਉਦਮ ਇਸ ਚਰਚਾ ਦੇ ਉੱਠਣ ਤੋਂ ਪਹਿਲਾਂ ਕੀਤਾ ਜਾਂਦਾ। ਵਿਦਵਾਨਾਂ ਨੂੰ ਹੁਣ ਆਪਣਾ ਇਹ ਯਤਨ ਨਿਸਫਲ ਜਾਪਦਾ ਹੈ। ਸਾਨੂੰ ਇਸ ਵੇਲੇ ਆਪ ਦੇ ਮੂੰਹੋਂ ਹਿੰਦੂ ਪਦ ਸੰਸਕ੍ਰਿਤ ਭਾਸ਼ਾ ਦਾ ਹੋਣਾ ਸੁਣ ਕੇ ਭਾਰ ਤੇਂਦੂ ਬਾਊ ਹਰੀਸ਼ ਚੰਦਰ ਦਾ ਲੇਖ ਯਾਦ ਆਇਆ ਹੈ, ਜਿਸ ਦਾ ਸਾਰ ਇਉਂ ਹੈ: ਦੱਖਣਾ ਦੇ ਕੇ ਜਹੀ ਵਿਵਸਥਾ ਚਾਹੀਏ, ਪੰਡਤ ਜੀ ਕੋ ਲੈ ਸਕੀਦੇ ਹੈ। ਔਰ ਜੋ ਬਾਤ ਸ਼ਾਸਤਰਾਂ ਵਿੱਚੋਂ ਸਿੱਧ ਕਰਾਉਣੀ ਚਾਹੋ ਸੋ ਸਿੱਧ ਹੋ ਜਾਂਦੀ ਹੈ। ਉਦਾਹਰਣਾ: ਪ੍ਰਸ਼ਨ: ਕਿਆ ਪੰਡਤ ਜੀ ਆਪ ਕ੍ਰਿਸਤਾਨ ਔਰ ਮੁਸਲਮਾਨਾਂ ਨੂੰ ਵੀ ਕਿਸੇ ਪ੍ਰਮਾਣ ਔਰ ਜੁਗਤੀ ਨਾਲ ਹਿੰਦੂ ਸਿੱਧ ਕਰ ਸਕਦੇ ਹੋ? ਪੰਡਤ ਜੀ ਦਾ ਉੱਤਰ: ਹਾਂ, ਦੱਖਣਾ ਲਿਆਓ, ਹੁਣੇ ਸਿੱਧ ਕਰਕੇ ਦਿਖਾ ਦਿੰਦੇ ਹਾਂ। ਪ੍ਰਸ਼ਨ: ਭਲਾ ਕਿਸ ਤਰ੍ਹਾਂ? ਪੰਡਤ ਜੀ: ਭਾਈ, ਕ੍ਰਿਸਤਾਨ ਔਰ ਮੁਸਲਮਾਨ ਤਾਂ ਸ਼ੁੱਧ ਬ੍ਰਾਹਮਣ ਹਨ। ਅਸਲ ਬਾਤ ਇਉਂ ਹੈ ਕਿ ਜਾਦਵਾਂ ਦੇ ਦੋ ਪੁਰੋਹਿਤ ਸੇ, ਇੱਕ ਨੂੰ ਕ੍ਰਿਸ਼ਨ ਭਗਵਾਨ ਮੰਨਿਆ ਕਰਦੇ ਸੇ, ਇਸ ਕਰਕੇ ਉਸ ਪੁਰੋਹਿਤ ਦਾ ਨਾਮ ਕ੍ਰਿਸ਼ਨ ਮਾਨਿਆ ਸੀ। ਦੂਜੇ ਨੂੰ ਕ੍ਰਿਸ਼ਨ ਜੀ ਦਾ ਭਾਈ ਮੁਸਲ ਬਲਭਦਰ ਮੰਨਿਆ ਕਰਦਾ ਸੀ, ਇਸ ਕਰਕੇ ਉਸ ਦਾ ਨਾਮ ਮੁਸਲ ਮਾਨਿਆ ਸੀ। ਇਹ ਦੋਵੇਂ ਕ੍ਰਿਸਚਾਨ ਔਰ ਮੁਸਲਮਾਨ ਮਤ ਉਹਨਾਂ ਪੁਰੋਹਿਤਾਂ ਦੀ ਸੰਤਾਨ ਹਨ। ਲੋਕਾਂ ਨੂੰ ਸੰਸਕ੍ਰਿਤ ਦਾ ਸ਼ੁੱਧ ਉਚਾਰਨ ਨਹੀਂ ਆਉਂਦਾ, ਇਸ ਵਾਸਤੇ ਕ੍ਰਿਸ਼ਨ ਮਾਨਿਆਂ ਦੀ ਜਗ੍ਹਾ ਕ੍ਰਿਸਤਾਨ ਔਰ ਮੁਸਲਮਾਨਿਆਂ ਦੀ ਜਗ੍ਹਾ ਮੁਸਲਮਾਨ ਆਖਣ ਲੱਗ ਪਏ। ਲਿਆਓ ਦੱਖਣਾ, ਤੁਹਾਨੂੰ ਹੁਣੇ ਇਹ ਵਿਵਸਥਾ ਲਿਖ ਕੇ ਦਈਏ। ਪਿਆਰੇ ਹਿੰਦੂ ਭਾਈ, ਸਾਨੂੰ ਆਪ ਦੇ ਹਿੰਦੂ ਪਦ ਦਾ ਸੰਸਕ੍ਰਿਤ ਸਿੱਧ ਹੋਣਾ ਵੀ ਅਜਿਹੀ ਵਿਵਸਥਾ ਦਾ ਹੀ ਫਲ ਜਾਪਦਾ ਹੈ। ਭਾਗ ਕੱਕਾ: ਇੰਦ ਔਰ ਸਿੰਧ ਪਦ ਤੋਂ ਹਿੰਦੂ ਪਦ ਬਣਨਾ ਕੇਵਲ ਆਪ ਦੀ ਕਪੋਲ ਕਲਪਨਾ ਹੈ, ਆਪ ਦੇ ਪ੍ਰਾਚੀਨ ਗ੍ਰੰਥਾਂ ਤੋਂ ਸਿੱਧ ਨਹੀਂ ਹੈ। ਜੇ ਹੈ ਤਾਂ ਉਦਾਹਰਨ ਲਈ ਕੋਈ ਪ੍ਰਸੰਗ ਦੱਸੋ। ਹਿੰਦੂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ: ਹਿੰਦੂ ਸਾਲਾਹੀ ਸਾਲਾਹਨ, ਵਾਰ ਆਸਾ ਮਹਲਾ ਪਹਿਲਾ, ਪੰਨਾ 465। ਸਿੱਖ: ਹਿੰਦੂ ਸਾਹਿਬ ਤੁਕ ਦਾ ਅੱਧਾ ਹਿੱਸਾ ਪੜ੍ਹ ਕੇ ਅਗਿਆਨੀ ਸਿੱਖਾਂ ਨੂੰ ਧੋਖਾ ਨਾ ਦਿਓ। ਇਹ ਸ਼ਬਦ ਵਿੱਚ ਸਤਿਗੁਰਾਂ ਨੇ ਹਿੰਦੂਆਂ ਦੀ ਮਹਿਮਾ ਨਹੀਂ ਆਖੀ। ਧਿਆਨ ਦੇ ਕੇ ਸੁਣੋ ਗੁਰੂ ਸ਼ਬਦ ਕੀ ਕਹਿੰਦਾ ਹੈ: ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ, ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ, ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਵੇਕਾਰ, ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਵਾਰ ਆਸਾ ਮਹਲਾ ਪਹਿਲਾ, ਪੰਨਾ 465। ਸ਼ਬਦ ਦਾ ਭਾਵ ਇਹ ਹੈ ਕਿ ਮੁਸਲਮਾਨ ਆਪਣੀ ਸ਼ਰ੍ਹਾ ਦੀ ਮਹਿਮਾ ਗਾਉਂਦੇ ਹਨ। ਹਿੰਦੂ ਖੱਟ ਦਰਸ਼ਨ ਅਤੇ ਸੰਖ ਚੱਕਰ ਤਰਸ਼ੂਲ ਆਦਿਕ ਧਾਰੀ ਦੇਵਤਿਆਂ ਦੇ ਚਤੁਰਭੁਜੀ ਪੰਚਮੁਖੀ ਆਦਿਕ ਅਦਭੁਤ ਸਰੂਪਾਂ ਦੀ ਮਹਿਮਾ ਕਹਿੰਦੇ ਹਨ। ਦਾਨੀ ਲੋਕ ਦਾਨ ਦੇ ਕੇ ਹੀ ਤਸੱਲੀ ਹਾਸਲ ਕਰਦੇ ਹਨ। ਚੋਰ ਯਾਰ ਆਦਿਕ ਕੁਕਰਮੀ ਮੰਦ ਕਰਮਾਂ ਵਿੱਚ ਹੀ ਮਗਨ ਹਨ। ਪਰ ਹੇ ਵਾਹਿਗੁਰੂ, ਤੇਰੇ ਭਗਤਾਂ ਨੂੰ ਕੇਵਲ ਤੇਰੀ ਮਹਿਮਾ ਦੀ ਹਰ ਵੇਲੇ ਭੁੱਖ ਚਾਹ ਹੈ, ਔਰ ਉਹਨਾਂ ਨੇ ਸਤਨਾਮ ਨੂੰ ਹੀ ਆਪਣਾ ਆਧਾਰ ਕੀਤਾ ਹੈ। ਮੇਰੇ ਪਿਆਰੇ ਹਿੰਦੂ ਜੀ, ਇਸ ਸ਼ਬਦ ਵਿੱਚ ਹਿੰਦੂ ਮਤ ਦੀ ਮਹਿਮਾ ਕਿੱਥੇ ਹੈ? ਹਿੰਦੂ ਦੇਖੋ, ਗੁਰੂ ਗੋਬਿੰਦ ਸਿੰਘ ਸਾਹਿਬ ਛੱਕੇ ਛੰਦਾਂ ਵਿੱਚ ਖਾਲਸਾ ਪੰਥ ਨੂੰ ਹਿੰਦੂ ਕਥਨ ਕਰਦੇ ਹਨ। ਜਥਾ ਸਗਲ ਜਗਤ ਮੈਂ ਖਾਲਸਾ ਪੰਥ ਗਾਜੈ, ਜਗੇ ਧਰਮ ਹਿੰਦੂ ਸਗਲ ਦੁੰਦ ਭਾਜੈ। ਉਗਰਦੰਤੀ ਛੱਕਾ 1 70 39 ਅਤੇ 40। ਔਰ ਮੇਰੇ ਪ੍ਰੇਮੀ ਖਾਲਸਾ ਜੀ, ਸਿੱਖ ਮਤ ਹਿੰਦੂਆਂ ਦਾ ਇੱਕ ਪੰਥ ਹੈ। ਜਿਸ ਤਰ੍ਹਾਂ ਬੈਰਾਗੀ ਸੰਨਿਆਸੀ ਆਦਿਕ ਕੌਮ ਨਹੀਂ ਹੈ। ਅਸਲ ਵਿੱਚ ਆਪ ਕੌਮ ਔਰ ਪੰਥ ਦਾ ਅਰਥ ਸਮਝੇ ਬਿਨਾਂ ਹੀ ਐਵੇਂ ਰੌਲਾ ਮਚਾ ਰਹੇ ਹੋ। ਕੌਮ ਉਹ ਹੋ ਸਕਦੀ ਹੈ
ਜਿਸ ਦੀ ਗਿਣਤੀ ਬਹੁਤ ਹੋਵੇ, ਆਪ ਕੇਵਲ ਲੱਖਾਂ ਦੀ ਗਿਣਤੀ ਵਿੱਚ ਹੋ। ਸਿੱਖ ਮੇਰੇ ਪਿਆਰੇ ਹਿੰਦੂ ਜੀ, ਇਹ ਛੰਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਣਾਏ ਹੋਏ ਨਹੀਂ। ਇਹ ਦੁਰਗਾ ਭਗਤ ਭਾਈ ਸੁੱਖਾ ਸਿੰਘ ਪਟਨਾ ਸਾਹਿਬ ਦੇ ਗ੍ਰੰਥੀ ਦੀ ਰਚਨਾ ਹੈ। ਜੋ ਲੋਕ 10ਵੇਂ ਪਾਤਸ਼ਾਹ ਜੀ ਦੀ ਰਚਨਾ ਦੇ ਜਾਣੂ ਹਨ, ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਹਮਨ ਔਰ ਤੁਮਨ ਪਦ ਸਤਿਗੁਰੂ ਸਾਹਿਬ ਨੇ ਆਪਣੇ ਕਾਵਿ ਵਿੱਚ ਕਦੇ ਨਹੀਂ ਵਰਤੇ ਔਰ ਇਹ ਬੋਲੀ ਨਿਰੱਖਰ ਅਨਪੜ੍ਹ ਪੂਰਬੀਆਂ ਦੀ ਹੈ। ਜੇ ਆਪ ਦਾ ਪੱਕਾ ਨਿਸ਼ਚਾ ਹੈ ਕਿ ਛੱਕੇ ਛੰਦ 10ਵੇਂ ਸਤਿਗੁਰੂ ਜੀ ਦੀ ਹੀ ਰਚਨਾ ਹੈ, ਤਾਂ ਲਓ ਸ਼ਰਧਾ ਨਾਲ ਕੰਨ ਦੇ ਕੇ ਸੁਣੋ। ਛੱਕੇ ਆਪ ਦੇ ਕਹੇ ਛੱਕੇ ਛੜਵਾਉਂਦੇ ਹਨ। ਮੜੀ ਗੌਰ ਦੇਵਲ ਮਸੀਤਾਂ ਗਿਰਾਇੰ, ਤੂੰ ਹੀ ਏਕ ਆਕਾਲ ਹਰ ਹਰ ਜਪਾਇੰ। ਮਿਟੇ ਵੇਦ ਸ਼ਾਸਤਰ 18 ਪੁਰਾਣਾ, ਮਿਟੇ ਬਾਂਗ ਸਲਵਾਤ ਸੁਨਤ ਕੁਰਾਨਾ। ਉਗਰਦੰਤੀ ਛੱਕਾ 5 70 17 ਅਤੇ 20। ਸਗਲ ਜਗਤ ਮੈਂ ਖਾਲਸਾ ਪੰਥ ਗਾਜੈ, ਜਗੇ ਧਰਮ ਹਿੰਦੂ ਸਕਲ ਦੁੰਦ ਭਾਜੈ। ਉਗਰਦੰਤੀ ਛੱਕਾ 1 70 39 40। ਹੁਣ ਸਾਨੂੰ ਦਇਆ ਕਰਕੇ ਇਹ ਦੱਸੋ ਕਿ ਦੇਵ ਮੰਦਰ, ਦੇਵ ਸ਼ਾਸਤਰ ਔਰ ਪੁਰਾਣਾਂ ਦਾ ਮਲੀਆ ਮੇਟ ਕਰਕੇ ਉਹ ਕਿਹੜਾ ਹਿੰਦੂ ਧਰਮ ਹੈ ਜਿਸ ਦੇ ਸੰਸਾਰ ਪਰ ਫੈਲਾਉਣ ਲਈ ਆਪ ਦੇ ਪ੍ਰਮਾਣਿਕ ਛੱਕਿਆਂ ਵਿੱਚ ਬੇਨਤੀ ਕੀਤੀ ਗਈ ਹੈ। ਔਰ ਆਪ ਦੁੰਦ ਪਦ ਦਾ ਅਰਥ ਵੀ ਜਾਣਦੇ ਹੋ ਕਿ ਇਸ ਤੋਂ ਕੀ ਭਾਵ ਹੈ। ਪ੍ਰੇਮੀ ਜੀ, ਇਸ ਦਾ ਅਰਥ ਹੈ ਕਿ ਹਿੰਦੂ ਮੁਸਲਮਾਨ ਆਦਿਕ ਕੋਈ ਪੰਥ ਵੀ ਸੰਸਾਰ ਪਰ ਖਾਲਸੇ ਨਾਲ ਦੂਜਾ ਨਾ ਰਹੇ, ਕੇਵਲ ਖਾਲਸਾ ਹੀ ਰਹਿ ਜਾਵੇ। ਔਰ ਆਪ ਨੇ ਜੋ ਆਖਿਆ ਹੈ ਕਿ ਸਿੱਖ ਪੰਥ ਹੈ, ਕੌਮ ਨਹੀਂ, ਇਸ ਪਰ ਦੇਖੋ ਆਪ ਦੇ ਹੀ ਪਿਆਰੇ ਛੱਕੇ ਕੀ ਉਚਾਰਦੇ ਹਨ। ਦੂਹੂ ਪੰਥ ਮੇਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਚੈ ਪ੍ਰਧਾਨੀ। ਉਗਰਦੰਤੀ ਛੱਕਾ 5 70 13 ਅਤੇ 14। ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੈ ਸਿੰਘ ਜੋਧੈ ਧਰੇ ਨੀਲ ਭੇਸਾ। ਉਗਰਦੰਤੀ ਛੱਕਾ 6 70 17 ਅਤੇ 18। ਪ੍ਰੇਮੀ ਜੀ, ਆਪ ਦੇ ਪ੍ਰਮਾਣ ਮੰਨੇ ਹੋਏ ਛੱਕੇ ਹਿੰਦੂ ਔਰ ਮੁਸਲਮਾਨਾਂ ਨੂੰ ਵੀ ਪੰਥ ਹੀ ਦੱਸਦੇ ਹਨ, ਕੌਮ ਨਹੀਂ ਆਖਦੇ। ਦੱਸੋ ਹੁਣ ਅਸੀਂ ਕੀ ਕਰੀਏ? ਕਿਰਪਾ ਕਰਕੇ ਸਾਨੂੰ ਇਹ ਵੀ ਦੱਸਣਾ ਕਿ ਆਪ ਦੇ ਕੋਸ਼ ਵਿੱਚ ਕੌਮ ਪਦ ਹਿੰਦੂ ਪਦ ਦੀ ਤਰ੍ਹਾਂ ਕਿਤੇ ਸੰਸਕ੍ਰਿਤ ਭਾਸ਼ਾ ਦਾ ਤਾਂ ਨਹੀਂ ਹੈ। ਅਸੀਂ ਆਪ ਤੋਂ ਇਹ ਵੀ ਮਾਲੂਮ ਕਰਨਾ ਚਾਹੁੰਦੇ ਹਾਂ ਕਿ ਕਿਤਨੀ ਗਿਣਤੀ ਹੋ ਜਾਣ ਪਰ ਕੋਈ ਮਤ ਕੌਮ ਕਹਾਉਣ ਯੋਗ ਹੋ ਜਾਂਦਾ ਹੈ, ਔਰ ਈਸਾਈ ਮੁਸਲਮਾਨ ਆਦਿਕ ਕਿੰਨੀ ਮਰਦਮਸ਼ੁਮਾਰੀ ਹੋਣ ਪਰ ਕੌਮ ਕਹਾਉਣ ਲੱਗੇ ਸੀ। ਹਿੰਦੂ ਆਪ ਦੀਆਂ ਸਾਖੀਆਂ ਵਿੱਚ ਅਨੇਕ ਪ੍ਰਸੰਗ ਸਿੱਖਾਂ ਨੂੰ ਹਿੰਦੂ ਸਾਬਤ ਕਰਦੇ ਹਨ, ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਵਾਸਤੇ ਆਪਣਾ ਸੀਸ ਦੇ ਦਿੱਤਾ। ਇਸ ਤੋਂ ਸਿੱਧ ਹੈ ਕਿ ਸਿੱਖ ਹਿੰਦੂ ਹਨ। ਸਿੱਖ ਸਾਖੀਆਂ ਬਾਬਤ ਇਸ ਪੁਸਤਕ ਦੀ ਭੂਮਿਕਾ ਵਿੱਚ ਵਿਸਥਾਰ ਨਾਲ ਲਿਖਿਆ ਗਿਆ, ਇੱਥੇ ਦੁਹਰਾਉਣ ਦੀ ਲੋੜ ਨਹੀਂ। ਅਸੀਂ ਉਸੇ ਸਾਖੀ ਔਰ ਪ੍ਰਸੰਗ ਨੂੰ ਪ੍ਰਮਾਣ ਮੰਨਦੇ ਹਾਂ ਜੋ ਗੁਰਬਾਣੀ ਤੋਂ ਵਿਰੁੱਧ ਨਾ ਹੋਵੇ, ਔਰ ਦੁਖੀ ਦੀਨ ਦੀ ਰੱਖਿਆ ਕਰਨੀ ਸਿੱਖ ਧਰਮ ਦਾ ਮੁੱਖ ਨਿਯਮ ਹੈ। ਜੇ ਸ਼ਰਨਾਗਤ ਦੁਖੀਆਂ ਦੀ ਰੱਖਿਆ ਵਾਸਤੇ ਇਸ ਦੇਸ਼ ਤੋਂ ਅਨਰਥ ਦੂਰ ਕਰਨ ਲਈ ਪਰਉਪਕਾਰੀ ਸਤਿਗੁਰਾਂ ਨੇ ਸੀਸ ਦੇ ਦਿੱਤਾ, ਤਾਂ ਇਸ ਤੋਂ ਇਹ ਸਿੱਧ ਨਹੀਂ ਹੋ ਸਕਦਾ ਕਿ ਗੁਰੂ ਜੀ ਹਿੰਦੂ ਸੀ। ਸਗੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਨੂੰ ਸਿਆਹ ਮਿਰਚਾਂ ਫੂਕ ਕੇ ਦ੍ਰਿਸ਼ਟਾਂਤ ਦੁਆਰਾ ਦੱਸਿਆ ਕਿ ਤੇਰੀ ਇੱਛਾ ਦੋ ਮਜ਼ਹਬਾਂ ਤੋਂ ਇੱਕ ਕਰਨ ਦੀ ਹੈ, ਪਰ ਅਕਾਲ ਪੁਰਖ ਦੀ ਇੱਛਾ ਹੈ ਕਿ ਦੋਹਾਂ ਤੋਂ ਭਿੰਨ ਇੱਕ ਤੀਸਰਾ ਮਜ਼ਹਬ ਖਾਲਸਾ ਹੋਵੇਗਾ। ਫੁੱਟਨੋਟ: ਉਸ ਵੇਲੇ ਇਸ ਦੇਸ਼ ਵਿੱਚ ਪ੍ਰਸਿੱਧ ਕੌਮਾਂ ਹਿੰਦੂ ਅਤੇ ਮੁਸਲਮਾਨ ਦੋ ਹੀ ਥੀਆਂ। ਜੇ ਈਸਾਈ ਆਦਿਕ ਹੋਰ ਕੌਮਾਂ ਵਿਸ਼ੇਸ਼ ਕਰਕੇ ਹੁੰਦੀਆਂ ਤਾਂ ਖਾਲਸਾ ਕੌਮ ਨੂੰ ਚੌਥਾ ਅਥਵਾ ਪੰਜਵਾਂ ਆਦਿਕ ਕਥਨ ਕੀਤਾ ਜਾਂਦਾ। ਔਰ ਗੁਰੂ ਸਾਹਿਬ ਨੇ ਕੇਵਲ ਬ੍ਰਾਹਮਣਾਂ ਵਾਸਤੇ ਸੀਸ ਨਹੀਂ ਦਿੱਤਾ, ਸਗੋਂ ਸੰਸਾਰ ਮਾਤਰ ਦੇ ਹਿੱਤ ਲਈ ਆਪਣਾ ਆਪ ਕੁਰਬਾਨ ਕੀਤਾ ਹੈ। ਜੈਸਾ ਕਿ ਬਚਿੱਤਰ ਨਾਟਕ ਤੋਂ ਸਿੱਧ ਹੈ ਜਥਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ, ਪਰ ਸੀ ਨਾ ਉਚਰੀ। ਬਚਿੱਤਰ ਨਾਟਕ ਅਧਿਆਇ 5। ਆਪ ਕਿਸੇ ਜੁਗਤੀ ਕਰਕੇ ਵੀ ਇਹ ਸਿੱਧ ਨਹੀਂ ਕਰ ਸਕਦੇ ਕਿ ਸਾਧ ਪਦ ਹਿੰਦੂ ਬੋਧਕ ਹੈ। ਔਰ ਪਿਆਰੇ ਹਿੰਦੂ ਭਾਈ,
ਸਤਿਗੁਰਾਂ ਦਾ ਉਪਦੇਸ਼ ਹੀ ਸਿੱਖਾਂ ਨੂੰ ਇਹ ਹੈ ਕਿ ਦੁਖੀ ਦੀਨ ਅਨਾਥ ਦੀ ਸਹਾਇਤਾ ਕਰੋ। ਇਸੀ ਉਪਦੇਸ਼ ਨੂੰ ਮੰਨ ਕੇ ਸਿੱਖਾਂ ਨੇ ਜੋ ਉਪਕਾਰ ਇਸ ਦੇਸ਼ ਪਰ ਕੀਤੇ ਹਨ ਔਰ ਅਨਿਆਏ ਦੂਰ ਕਰਨ ਲਈ ਕੁਰਬਾਨੀਆਂ ਕੀਤੀਆਂ ਹਨ, ਉਹਨਾਂ ਨੂੰ ਤਵਾਰੀਖਾਂ ਦੱਸਦੀਆਂ ਹਨ। ਮੇਰੇ ਕਹਿਣ ਦੀ ਲੋੜ ਨਹੀਂ। ਅਸੀਂ ਆਪ ਨੂੰ ਤੇ ਮੁਸਲਮਾਨ ਈਸਾਈ ਆਦਿਕਾਂ ਨੂੰ ਵੀ ਆਪਣਾ ਅੰਗ ਹੀ ਸਮਝਦੇ ਹਾਂ ਔਰ ਸਭ ਨਾਲ ਭਾਈਚਾਰੇ ਵਾਲਾ ਵਰਤਾਓ ਕਰਦੇ ਹਾਂ ਔਰ ਸदैव ਕਰਨਾ ਚਾਹੁੰਦੇ ਹਾਂ। ਪਰ ਮਜ਼ਹਬ ਦੇ ਖਿਆਲ ਕਰਕੇ ਅਸੀਂ ਹਿੰਦੂ ਨਹੀਂ ਹੋ ਸਕਦੇ, ਕਿਉਂਕਿ ਸਾਡਾ ਇਸ਼ਟ, ਉਪਾਸ਼ਨਾ ਔਰ ਧਾਰਮਿਕ ਚਿੰਨ੍ਹ ਆਦਿਕ ਆਪਣੀ ਕੌਮ ਦੇ ਨਿਯਮਾਂ ਅਨੁਸਾਰ ਆਪ ਤੋਂ ਅਲੱਗ ਹਨ। ਇਸ ਵਾਸਤੇ ਸਿੱਖ ਕੌਮ ਹਿੰਦੂ, ਈਸਾਈ, ਮੁਸਲਮਾਨਾਂ ਦੀ ਤਰ੍ਹਾਂ ਇੱਕ ਵੱਖਰੀ ਕੌਮ ਹੈ। ਬਿਰਥਾ ਚਰਚਾ ਕਰਨ ਨਾਲੋਂ ਅੱਛਾ ਹੈ ਕਿ ਅਸੀਂ ਆਪ ਨੂੰ ਵਿਸਥਾਰ ਨਾਲ ਸਿੱਖ ਧਰਮ ਪੁਸਤਕਾਂ ਦੇ ਹਵਾਲੇ ਦੇ ਕੇ ਦੱਸ ਦਈਏ ਕਿ ਆਪ ਦਾ ਔਰ ਸਾਡਾ ਕਿਤਨਾ ਭੇਦ ਹੈ। ਕਿਤਾਬ ਹਮ ਹਿੰਦੂ ਨਹੀਂ, ਲੇਖਕ ਭਾਈ ਕਾਹਨ ਸਿੰਘ ਨਾਭਾ, ਭਾਗ ਤੀਜਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।